सत श्री अकाल दोस्तों, स्वागत है एक बार फिर तो KCGC TV ते। दोस्तों हमेशा ही खालसा कॉलेज दियां कुछ वधिया चीज़ां असीं तुहाडे तक लैके आउंदे रहिंदे हां ते जित्थों तक रहा खालसा कॉलेज दे अलूमिनाइज दा सवाल। खालसा कॉलेज ने ਇਹੋ ਜਿਹੇ स्टूडेंट्स ਜਿਹੜੇ ਨੇ ना केवल पंजाब ਨੂੰ पूरे भारत ਨੂੰ बल्कि वर्ल्ड ਨੂੰ ही दिते ने कि जिन्हां दा बयान करना ਜਿਹੜਾ है मुश्किल हो जाता है। सो जित्थों तक रही स्टूडेंट्स की गल ते जे वो स्टूडेंट एक लड़की होवे उन्हें अपने देश का नाम जिहड़ा है रोशन किया होवे अपने पंजाब दा ते सब तो वड्डी गल अपने कॉलेज का खालसा कॉलेज का नाम जिहड़ा रोशन किया होवे तां खालसा कॉलेज का सिर जिहड़ा है होर भी मान दे नाल उच्चा हो जाता है। सो इदां दे एक स्टूडेंट साडे कोल मौजूद ने कैप्टन जसमीत चौहान जिहड़े एक्स इंडियन ऑफिसर ने कैप्टन ने ते हुण मिसिज इंडिया ने। सो सब तो पहलों तो मैम बहुत बहुत स्वागत है KCGC TV ते। खालसा कॉलेज लंबे समय बाद आए हो, खालसा कॉलेज के स्टूडेंट किवें लग रहे? ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ ਗੁਰਵਿੰਦਰ ਜੀ ਕਿ ਤੁਸੀਂ ਮੈਨੂੰ ਇੱਥੇ ਇਨਵਾਈਟ ਕੀਤਾ ਤੇ ਆਪਣੇ ਕਾਲਜ ਵਿੱਚ ਵਾਪਸ ਆ ਕੇ ਇਹ ਮੇਰਾ ਗੁਰਦੁਆਰਾ ਹੈ, ਇਹ ਮੇਰਾ ਘਰ ਹੈ, ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈਗਾ ਐਂਡ ਇਟਸ ਅ ਰੀਅਲ ਅਚੀਵਮੈਂਟ ਫॉर ਮੀ ਜਿਹੜੀ ਮੈਨੂੰ ਅੱਜ ਫੀਲ ਹੋ ਰਹੀ ਹੈ। ਇਟਸ ਐਨ ਅਮੇਜ਼ਿੰਗ ਫੀਲਿੰਗ। ਇੱਦਾਂ ਦੀ ਫੀਲਿੰਗ ਮੈਨੂੰ ਜਿਹੜੀ ਮੈਂ ਐਕਸਪ੍ਰੈਸ ਨਹੀਂ ਕਰ ਸਕਦੀ ਵਰਡਸ ਵਿੱਚ। ਤੇ ਇਹ ਮੇਰਾ ਘਰ ਸੀਗਾ, ਮੈਂ ਅੱਜ ਜੋ ਵੀ ਹੈਗੀ ਆ ਲਾਈਫ 'ਚ ਜੋ ਵੀ ਬਣੀ ਹੈ ਇਟਸ ਆਲ ਬਿਕੋਜ਼ ਆਫ ਮਾਈ ਗੁਰੂਜ਼ ਓਵਰ ਹੇਅਰ ਐਂਡ ਦਿਸ ਪਲੇਸ ਐਂਡ ਮੈਂ ਪ੍ਰਿੰਸੀਪਲ ਸਾਹਿਬ ਸਰਦਾਰ ਮਹਿਲ ਸਿੰਘ, ਡਾਕਟਰ ਮਹਿਲ ਸਿੰਘ ਸਰ ਤੇ ਆਪਣੇ ਹੋਰ ਵੀ ਜਿਹੜੇ ਮੇਰੇ ਪੁਰਾਣੇ ਪ੍ਰੋਫੈਸਰਸ ਨੇ ਉਹਨਾਂ ਨੂੰ ਮਿਲ ਕੇ ਤੇ ਕਾਲਜ ਨੂੰ ਵੇਖ ਕੇ ਬਹੁਤ ਅੰਦਰੋਂ ਇੰਨੀ ਖੁਸ਼ੀ ਹੋਈ ਹੈ ਕਿ ਮੈਂ ਬਿਆਨ ਨਹੀਂ ਕਰ ਸਕਦੀ ਹੈਗੀ जी। बिल्कुल अपने कॉलेज दे विच वापस आना बड़ी वड्डी गल हुंदी है। सब तो पहलों तो मैम कॉलेज दा सफ़र तुसी इत्थे किवें आए, तुसी NCC दे कैडेट रहे, सानू ओदे बारे थोड़ी जी जानकारी दो। हाँ जी जी, मैं जिहड़ी अपनी स्कूलिंग हैगी आ ਉਹ 12ਵੀਂ तक आर्मी पब्लिक स्कूल तो ਕੀਤੀ ਅੰਮ੍ਰਿਤਸਰ ਤੋਂ ਹੀ। मैं स्कूल कैप्टन ਸੀਗੀ ਤੇ ਆਰਮੀ 'ਚ ਜਾਣਾ ਮੇਰਾ ਬਚਪਨ ਦਾ ਪੈਸ਼ਨ ਸੀਗਾ। ਜਦੋਂ ਮੈਂ ਇਸ ਕਾਲਜ 'ਚ ਐਡਮਿਸ਼ਨ ਲੈਣਾ ਸੀ ਤੇ ਸਾਰਿਆਂ ਤੋਂ ਜਿਹੜਾ ਮੇਨ ਜਿਹੜੀ ਮੈਨੂੰ ਚੀਜ਼ ਇੱਥੇ ਵਧੀਆ ਲੱਗੀ ਸੀਗੀ ਉਹ ਇਹੀ ਇੱਕ ਕਾਲਜ ਸੀਗਾ ਅੰਮ੍ਰਿਤਸਰ 'ਚ ਜਿਹੜਾ ਕਿ ਕੁੜੀਆਂ ਨੂੰ ਮੌਕਾ ਦਿੰਦਾ ਸੀਗਾ NCC 'ਚ ਐਡਮਿਸ਼ਨ ਲੈਣ ਵਾਸਤੇ ਐਂਡ ਇਸ ਕਾਲਜ ਦੀ ਜਿੰਨੀ ਪ੍ਰੋਗਰੈਸਿਵ ਸੋਚ ਹੈ, ਜਿੰਨੀ ਬੋਲਡ ਮੈਂ ਹੈਗੀ ਆ ਅੱਜ ਦੀ ਡੇਟ 'ਚ, ਮੈਂ ਜੋ ਵੀ ਕੀਤਾ ਅਚੀਵਮੈਂਟਸ ਮੇਰੀਆਂ NCC 'ਚ ਆਈ ਵਾਜ਼ ਅ ਗੋਲਡ ਮੈਡਲਿਸਟ ਫॉर ਸ਼ੂਟਿੰਗ। इंडियन आर्मी में ज्वाइन की वो भी इस कॉलेज तो ही मैं ज्वाइन की ते 2005 च मैं कमीशन हुई सी इंडियन आर्मी च एंड आई हैव बीन द फर्स्ट लेडी स्नाइपर शूटर इन इंडियन आर्मी। ना मेरे तो पहला कोई स्नाइपर शूटर सीगा ते ना मेरे बाद च कोई आया, ओदा भी मैं पूरा श्रेय खालसा कॉलेज नूं दिंदी हां क्योंकि NCC च उस टाइम च कुड़ियां नूं बाकी फील्ड बहुत सारी फील्ड इदां सीगी जिन्हां च मौका नहीं सी मिलदा हुंदा जी। ਤੇ ਇਹ ਕਾਲਜ ਇੱਕ ਇਦਾਂ ਦਾ ਸੀਗਾ ਸ਼ਹਿਰ ਵਿੱਚ ਜਿਹੜਾ ਕਿ ਕੁੜੀਆਂ ਨੂੰ NCC ਵਿੱਚ ਮੌਕਾ ਦਿੱਤਾ ਗਿਆ ਸਾਨੂੰ ਤੇ ਜੇ ਮੈਨੂੰ ਲੱਗਦਾ ਕੁੜੀਆਂ ਨੂੰ ਮੌਕਾ ਦਿੱਤਾ ਜਾਏ ਉਹ ਸੱਚੀ ਬਹੁਤ ਕੁਝ ਅਚੀਵ ਕਰ ਸਕਦੀਆਂ ਨੇ। ਮੈਂ ਕਰਕੇ ਦਿਖਾਇਆ ਹੈਗਾ ਤੇ ਜੋ ਵੀ ਹੈ ਮੈਂ ਆਈ ਐਮ ਰੀਅਲੀ ਗ੍ਰੇਟਫੁਲ ਟੂ ਦਿਸ ਪਲੇਸ। ਆਈ ਐਮ ਗ੍ਰੇਟਫੁਲ ਟੂ ਖਾਲਸਾ ਕਾਲਜ ਵਾਟ ਐਵਰ ਆਈ ਐਮ ਟੂਡੇ ਆਈ ਐਮ ਬਿਕੋਜ਼ ਆਫ ਦਿਸ ਪਲੇਸ। ਆਰਮੀ 'ਚ ਜਾਣ ਦਾ ਸਫ਼ਰ ਕਿਵੇਂ ਰਿਹਾ? ਆਰਮੀ 'ਚ ਮੇਰਾ ਸਫ਼ਰ ਬਹੁਤ ਵਧੀਆ ਸੀਗਾ। ਮੈਂ ਕੋਰ ਆਫ ਆਰਡੀਨੈਂਸ 'ਚ ਕਮਿਸ਼ਨ ਹੋਈ ਸੀ ਜੀ पर मोस्ट ऑफ द टाइम मैं इलैक्ट्रिकल एंड मैकेनिकल इंजीनियरिंग कोर्स 'ਚ काम किया। मैं खालसा कॉलेज तो इकनॉमिक्स की स्टूडेंट सी। इकनॉमिक्स की डिग्री लैके मैं पास आउट हुई सी ते मैनू कोर ऑफ ऑर्डिनेंस विच उस तरह का ही प्रोफाइल दिता। मैं बेसिकली एमिनेशन दे विच काम करती सी ओके एंड बहुत कुछ सीखिया हैगा मैं एज एन आर्मी ऑफिसर। मतलब 21 साल च मैं कमीशन हुई सी ते 21 साल की एक कुड़ी 2005 साल सीगा 2005 ਤੇ 21 ਸਾਲ ਦੀ ਕੁੜੀ ਜਿਹੜੀ ਕਿ ਪੰਜਾਬ ਦੇ ਇੱਕ ਛੋਟੇ ਜਿਹੇ ਸ਼ਹਿਰ ਅੰਮ੍ਰਿਤਸਰ ਤੋਂ ਨਿਕਲ ਕੇ ਤੇ 200 ਬੰਦਿਆਂ ਨੂੰ ਕਮਾਂਡ ਕਰ ਰਹੀ ਸੀਗੀ। ਉਹ ਇੱਕ ਬਹੁਤ ਵਧੀਆ ਫੀਲਿੰਗ ਸੀ ਮੇਰੇ ਵਾਸਤੇ। ਤੇ ਇਹ ਜਿਹੜੀਆਂ ਮੇਰੀਆਂ ਛੋਟੀਆਂ ਅਚੀਵਮੈਂਟਸ ਨੇ ਇਹਨਾਂ ਨੇ ਮੈਨੂੰ ਇਹ ਸਮਝਾਇਆ ਕਿ ਲਾਈਫ ਵਿੱਚ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਹੁੰਦੀ, ਤੁਹਾਡੇ ਆਪਣੇ ਅੰਦਰ ਵੀ ਹੋਣਾ ਚਾਹੀਦਾ। ਤੇ ਮੈਂ ਇਹੀ ਮੈਸੇਜ ਕੁੜੀਆਂ ਨੂੰ ਵੀ ਦੇਣਾ ਚਾਹੁੰਦੀ ਹਾਂ ਕਿ ਜੇ ਤੁਹਾਨੂੰ ਮੌਕਾ ਮਿਲਦਾ ਹੈ ਤੇ ਤੁਸੀਂ ਵੀ ਉਹਦਾ ਰਾਈਟ ਯੂਜ਼ ਕਰਕੇ ਤੇ ਆਪਣੀ ਕੈਪੇਬਿਲਿਟੀ ਦੇਖੀਏ ਹਰ ਕਿਸੇ 'ਚ ਹੁੰਦੀ ਹੈ, ਮੁੰਡੇ ਹੋਣ ਜਾਂ ਕੁੜੀਆਂ ਹੋਣ ਤੇ ਇੱਕ ਜਿਹੜਾ ਬੇਸ ਮਿਲਣਾ ਬਹੁਤ ਜ਼ਰੂਰੀ ਹੈ। ਤੇ ਮੈਂ ਬੋਲੂੰਗੀ ਖਾਲਸਾ ਕਾਲਜ 'ਚ ਮੈਨੂੰ ਇੱਕ ਆਲ ਰਾਊਂਡਰ ਪਰਸਨੈਲਿਟੀ ਬਣਾਇਆ ਗਿਆ ਜੀ। ਮੈਂ ਇੱਥੋਂ ਦੇ ਜਿਹੜੀ ਇੱਕ ਡਿਸਪਲਿਨਰੀ ਕਮੇਟੀ ਹੁੰਦੀ ਸੀਗੀ ਉਸ ਟਾਈਮ 'ਚ ਉਹਦੀ ਵੀ ਮੈਂਬਰ ਰਹੀ ਹਾਂ ਤੇ ਮੈਂ ਇੱਥੇ ਕਲਚਰਲ ਚੀਜ਼ਾਂ ਬਹੁਤ ਸਿੱਖੀਆਂ ਜਿਹੜੀਆਂ ਕਿ ਮੈਨੂੰ ਮਿਸਿਸ ਇੰਡੀਆ 'ਚ ਹੁਣ ਕੰਮ ਆਈਆਂ ਨੇ। ਤੇ ਉਹਦੇ 'ਚ ਰਾਊਂਡ ਸੀਗਾ ਟੈਲੈਂਟ ਰਾਊਂਡ, ਉਹਦੇ 'ਚ ਮੈਂ ਕਲਚਰਲ ਆਪਣਾ ਹੈਰੀਟੇਜ ਨੂੰ ਰਿਪਰੈਜ਼ੈਂਟ ਕੀਤਾ, ਜੋ ਵੀ ਪ੍ਰੈਜ਼ੈਂਟ ਕੀਤਾ। ਤੇ ਆਰਮੀ ਵਿੱਚ ਜਾਣਾ ਵੀ
I was so bold when people used to ask me कि ਤੁਸੀਂ ਮੈਡਮ ਇਦਾਂ ਕਿੱਦਾਂ ਕਰ ਲੈਂਦੇ ਹੋ ਚੀਜ਼ਾਂ ਇੰਨੀ boldly. So I used to tell them, I am a product of Khalsa College and I am proud of this fact. ਓਕੇ ਸੋ ਮੈਮ ਉਸ ਚੀਜ਼ ਤੇ ਅਸੀਂ ਆਉਂਦੇ ਹਾਂ ਕਿ ਆਰਮੀ ਤੋਂ ਇੱਕਦਮ ਡਿਫਰੈਂਟ ਸਾਈਡ ਮਿਸਿਸ ਇੰਡੀਆ ਵੱਲ ਕਿਵੇਂ ਜਾਣਾ ਹੋਇਆ ਤੁਹਾਡਾ? ਹਾਂਜੀ, ਆਰਮੀ ਛੱਡ ਕੇ ਮੈਂ ਕਾਫੀ ਸਾਲ ਕਾਰਪੋਰੇਟ ਸੈਕਟਰ 'ਚ ਕੰਮ ਕੀਤਾ ਹੈਗਾ ਤੇ ਮੈਂ ਸਪਲਾਈ ਚੇਨ ਮੈਨੇਜਮੈਂਟ ਦੀ ਰਾਜਸਥਾਨ ਨੂੰ ਹੈਡ ਕੀਤਾ। ਇੱਕ ਕੰਪਨੀ ਦਾ ਨਾਮ ਸੀਗਾ ਇੰਡਸ ਟਰਾਵਲਸ ਲਿਮਿਟਿਡ। ਉਸ ਤੋਂ ਬਾਅਦ ਮੈਂ ਮੋਟੀਵੇਸ਼ਨਲ ਸਪੀਕਰ ਬਣ ਗਈ। ਆਈ ਐਮ ਅ ਸੋਸ਼ਲ ਮੀਡੀਆ ਇਨਫਲੂਐਂਸਰ। ਮੈਂ ਇੰਸਟਾਗ੍ਰਾਮ ਇਨਫਲੂਐਂਸਰ ਸੀਗੀ ਤੇ ਉੱਥੇ ਮੈਂ ਬੱਚਿਆਂ ਨੂੰ ਫ੍ਰੀ ਆਫ ਕਾਸਟ ਜਿਸ ਤਰ੍ਹਾਂ ਮੋਟੀਵੇਸ਼ਨਲ ਟਾਕਸ, ਐਜੂਕੇਸ਼ਨ, ਮੈਂਟਲ ਹੈਲਥ ਉੱਪਰ ਮੈਂ ਵੀਡੀਓਜ਼ ਬਣਾ ਕੇ ਪਾਉਣੀਆਂ। ਤੇ ਸਟੂਡੈਂਟਸ ਨੇ ਮੈਨੂੰ ਕਿਹਾ ਕਿ ਮੈਮ ਵਾਈ ਡੋਂਟ ਯੂ ਟਰਾਈ ਦਿਸ ਫੀਲਡ, ਤੁਸੀਂ ਮਾਡਲਿੰਗ ਕਿਉਂ ਨਹੀਂ ਟਰਾਈ ਕਰਦੇ? ਤੇ ਮੈਨੂੰ ਲੱਗਿਆ ਹੁਣ ਇੰਨੇ ਸਾਲਾਂ ਬਾਅਦ ਇੱਕ ਫੌਜੀ ਹੋ ਕੇ ਮਾਡਲਿੰਗ ਤੇ ਇਟ ਵਾਸ ਨਾਟ ਮਾਈ ਕੱਪ ਆਫ ਟੀ, ਬਟ ਸਟਿਲ ਆਡੀਸ਼ਨਸ ਹੋਏ ਤੇ ਮੈਂ ਐਵੇਂ ਅਪਲਾਈ ਕਰ ਦਿੱਤਾ। ਤੇ ਆਡੀਸ਼ਨਸ 'ਚ ਉਹਨਾਂ ਨੇ ਕਾਫੀ ਰਾਊਂਡਸ ਵਿੱਚ ਕੁਝ ਟੈਸਟਸ ਵਗੈਰਾ ਲਏ, ਉਹ ਮੈਂ ਕਲੀਅਰ ਕਰ ਗਈ ਤੇ ਮੈਨੂੰ ਇੱਕ ਦਿਨ ਮੇਲ ਆ ਗਿਆ ਕਿ ਤੁਸੀਂ ਫਾਈਨਲਿਸਟ ਹੋ ਤੇ ਤੁਸੀਂ ਆ ਕੇ ਪਰਫਾਰਮ ਕਰੋ। ਤੇ ਮੈਂ ਫਿਰ ਇੰਡੀਆ ਟਿਸਕਾ ਮਿਸਿਸ ਇੰਡੀਆ 2021 ਹੋਇਆ ਸੀਗਾ, ਉਹਦੀ ਮੈਂ ਫਿਰ ਅਲੱਗ-ਅਲੱਗ ਕੈਟਾਗਰੀਜ਼ ਹੈਗੀਆਂ ਤੇ ਮੈਂ ਆਈ ਵਾਸ ਦੀ ਮਿਸਿਸ ਇੰਡੀਆ ਸੈਂਟਰਲ ਗੋਲਡ। ਦੈਟ ਵਾਸ ਮਾਈ ਟਾਈਟਲ। ਠੀਕ ਹੈ। ਤੇ ਮੈਮ ਮੈਂ ਅਕਸਰ ਇਹ ਵੇਖਦੀ ਹਾਂ ਕਿ ਇੱਕ ਲੈਵਲ ਤੇ ਆ ਕੇ ਮੇਰੇ ਵੀ ਕੁਝ ਨੋਨ ਨੇ ਕਿ ਆਰਮਡ ਫੋਰਸਿਸ ਦੇ ਵਿੱਚ ਗਰਲਸ ਜਿਹੜੀਆਂ ਨੇ ਕੁਇਟ ਕਰ ਲੈਂਦੀਆਂ ਨੇ। ਇਹ ਮੇਰਾ ਇੱਕ ਸਵਾਲ ਸੀ ਕਾਫੀ ਦੇਰ ਤੋਂ ਮੇਰੇ ਦਿਮਾਗ ਦੇ ਵਿੱਚ ਕਿ ਇਦਾਂ ਕਿਉਂ ਹੁੰਦਾ ਹੈ ਕਿ ਅਸੀਂ ਉਹਨਾਂ ਨੂੰ ਛੱਡ ਕੇ ਦੂਜੇ ਫੀਲਡਸ ਦੇ ਵਿੱਚ ਆ ਜਾਂਦੇ ਹਾਂ। ਐਕਚੁਅਲੀ ਜਿਸ ਟਾਈਮ ਤੇ ਮੈਂ ਫੌਜ ਜੁਆਇਨ ਕੀਤੀ ਸੀਗੀ 2005 ਦੀ ਗੱਲ ਹੈ, ਜੀ। ਉਦੋਂ ਕੁੜੀਆਂ ਵਾਸਤੇ ਪਰਮਨੈਂਟ ਕਮਿਸ਼ਨ ਨਹੀਂ ਸੀਗਾ। ਓਕੇ। ਤੇ ਬਹੁਤ ਸਾਰੇ ਲੋਕ ਇਹ ਸੋਚ ਕੇ, ਕੁਝ ਫੈਮਿਲੀ ਪ੍ਰੈਸ਼ਰ ਵੀ ਹੁੰਦਾ ਹੈ ਕਈ ਵਾਰ ਯੂ نو ਮੈਟਰਨਿਟੀ ਲੀਵ ਲੈਣੀ ਪੈਂਦੀ ਹੈ, ਬੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਉਹ ਸੋਚ ਕੇ ਪਹਿਲਾਂ ਲੇਡੀਜ਼ ਕੁਇਟ ਕਰ ਦਿੰਦੀਆਂ ਸੀਗੀਆਂ। ਬਟ ਹੁਣ ਸੁਪਰੀਮ ਕੋਰਟ ਦੇ ਆਰਡਰਸ ਜਿਹੜੇ ਨਵੇਂ ਆਏ ਨੇ ਉਹਦੇ ਹਿਸਾਬ ਨਾਲ ਪਰਮਨੈਂਟ ਕਮਿਸ਼ਨ ਵੀ ਮਿਲ ਗਿਆ ਹੈਗਾ ਤੇ ਕੁੜੀਆਂ ਹੁਣ ਕਮਾਂਡ ਵੀ ਕਰਨਗੀਆਂ ਐਜ਼ ਸੀਓ, ਐਜ਼ ਕਮਾਂਡਿੰਗ ਆਫਿਸਰ। ਤੇ ਆਈ ਡੋਂਟ ਥਿੰਕ ਕਿ ਹੁਣ ਜਿਹੜੀਆਂ ਕੁੜੀਆਂ ਜਾ ਰਹੀਆਂ ਨੇ ਫੌਜ ਵਿੱਚ ਕੋਈ ਵੀ ਛੱਡਣਾ ਨਹੀਂ ਚਾਹੇਗਾ। ਅਗਰ ਮੈਨੂੰ ਇਹ ਮੌਕਾ ਮਿਲਿਆ ਹੁੰਦਾ ਮੈਂ ਫੌਜ ਕਦੀ ਨਹੀਂ ਸੀ ਛੱਡਣੀ। ਤੇ ਉਹ ਵਿਦ ਟਾਈਮ ਪ੍ਰੋਗਰੈਸ ਹੋ ਰਹੀ ਆ, ਲੋਕਾਂ ਦਾ ਮਾਈਂਡ ਸੈਟ ਵੀ ਚੇਂਜ ਹੋ ਰਿਹਾ ਹੈਗਾ ਜੀ। ਕਾਫੀ ਨਿਊਕਲੀਅਰ ਫੈਮਲੀਜ਼ ਆ ਗਈਆਂ ਨੇ, ਪੇਰੈਂਟਸ ਵੀ ਯੂ نو ਪੜ੍ਹੇ ਲਿਖੇ ਨੇ ਤੇ ਉਹਨਾਂ ਨੂੰ ਅੱਜ ਕੱਲ੍ਹ 1 ਜਾਂ 2 ਬੱਚੇ ਹੁੰਦੇ ਨੇ ਤੇ ਪੇਰੈਂਟਸ ਉਹਨਾਂ ਉੱਪਰ ਪੂਰਾ ਫੋਕਸ ਕਰਦੇ ਨੇ। ਔਰ ਜਿੱਦਾਂ ਸਰ ਨੇ ਵੀ ਕਿਹਾ ਸੀਗਾ ਕਿ ਕੁੜੀਆਂ ਨੂੰ ਮੌਕਾ ਦਿੱਤਾ ਜਾਏ ਤੇ ਕੁੜੀਆਂ ਐਕਚੁਅਲੀ ਬਹੁਤ ਬੈਟਰ ਕਰ ਰਹੀਆਂ ਨੇ। ਜੀ ਬਿਲਕੁਲ। ਦੇ ਆਰ ਬੈਸਟ ਆਫ ਦੀ ਮੈਨੇਜਰਸ, ਦੇ ਆਰ ਮੈਨੇਜਿੰਗ, ਦੇ ਕੈਨ ਮੈਨੇਜ ਬੋਥ ਵਰਕ ਆਲਸੋ, ਫੈਮਿਲੀ ਆਲਸੋ। ਜੀ। ਤੇ ਫੌਜ ਛੱਡ ਕੇ ਵੀ ਅੱਜ ਵੀ ਮੈਂ ਕੁਝ ਕਰ ਰਹੀ ਹਾਂ। ਬਾਕੀ ਲੇਡੀਜ਼ ਵੀ ਜਿਨ੍ਹਾਂ ਨੇ ਫੌਜ ਛੱਡਿਆ ਹੈਗਾ, ਆਈ ਡੋਂਟ ਥਿੰਕ ਕਿ ਕੋਈ ਘਰ ਬੈਠਾ ਹੋਗਾ, ਕੁਝ ਨਾ ਕੁਝ ਸੋਸਾਇਟੀ ਲਈ ਜਾਂ ਮੇਬੀ ਕੁਝ ਵੀ ਕਰ ਰਹੇ ਨੇ। ਸੋ ਦੇ ਆਰ ਆਲਰੇਡੀ ਮੈਨੇਜਿੰਗ। ਮੈਂ ਤੇ ਆਪਣੇ ਗੁਰੂਆਂ ਨੂੰ ਇੱਥੇ ਦੇਖਦੀ ਸੀਗੀ, ਸਾਡੀਆਂ ਜਿਹੜੀਆਂ ਟੀਚਰਸ ਪ੍ਰੋਫੈਸਰਸ ਆਉਂਦੇ ਸੀਗੇ ਉਹ ਵੀ ਆਪਣਾ ਘਰ ਮੈਨੇਜ ਕਰਦੇ ਸੀ ਤੇ ਸਾਨੂੰ ਵੀ ਅੱਗੇ ਪੜ੍ਹਾਉਂਦੇ ਸੀਗੇ ਤੇ ਨਥਿੰਗ ਇਜ਼ ਇੰਪੋਸੀਬਲ। ਆਈ ਬਿਲੀਵ ਸ਼ਾਇਦ ਇਹ ਰੀਜ਼ਨ ਰਿਹਾ ਹੋਏਗਾ। ਵਾਪਸ ਖਾਲਸਾ ਕਾਲਜ ਤੇ ਆ ਜਾਂਦੇ ਆ, ਬਹੁਤ ਸਾਰੀਆਂ ਯਾਦਾਂ ਮਤਲਬ ਜਦੋਂ ਅਸੀਂ ਪੜ੍ਹਦੇ ਹੁੰਦੇ ਆ, ਸ਼ਰਾਰਤੀ ਹੁੰਦੇ ਆ, ਸੀਰੀਅਸ ਹੁੰਦੇ ਆ, ਪ੍ਰੋਫੈਸਰਸ ਦੇ ਨਾਲ ਵੀ ਅਸੀਂ ਬਹੁਤ ਸਾਰੀਆਂ ਸ਼ਰਾਰਤਾਂ। ਕੁਝ ਸ਼ੇਅਰ ਕਰਨਾ ਚਾਹੋ ਸਾਡੇ ਨਾਲ? ਬਹੁਤ ਸ਼ਰਾਰਤੀ ਤਾਂ ਮੈਂ ਬਹੁਤ ਸੀਗੀ। ਛੋਟਾ ਜਿਹਾ ਇਨਸੀਡੈਂਟ ਹੈ, ਪ੍ਰਿੰਸੀਪਲ ਸਰ ਹੁੰਦੇ ਸੀਗੇ ਉਸ ਟਾਈਮ 'ਚ, ਉਦੋਂ ਬੜਾ ਸਟ੍ਰਿਕਟ ਮਾਹੌਲ ਹੁੰਦਾ ਸੀ ਕਿ ਸੂਟ ਪਾਉਣਾ ਹੈਗਾ ਹੈ, ਸਲਵਾਰ ਸੂਟ। ਤੇ ਮੈਂ ਉਹਨਾਂ ਨੂੰ ਕਹਿਣਾ ਕਿ ਸਰ ਮੈਂ ਆਰਮੀ ਸਕੂਲ ਤੋਂ ਆਈ ਹਾਂ, ਮੈਂ ਤੇ ਫੌਜੀ ਬਣਨਾ ਹੈ ਤੇ ਆਈ ਐਮ ਨਾਟ ਅ ਜੈਂਡਰ ਬਾਇਸਡ ਪਰਸਨ ਐਕਚੁਅਲੀ। ਤੇ ਮੈਂ ਇੱਦਾਂ ਦੀ ਆਰਗੇਨਾਈਜੇਸ਼ਨ ਤੋਂ ਵੀ ਆਈ ਹਾਂ ਜਿੱਥੇ ਆਫਿਸਰ ਹੁੰਦਾ ਹੈ, ਲੇਡੀ ਜਾਂ ਜੈਂਟਲਮੈਨ ਆਫਿਸਰ ਵਰਗਾ ਕੋਈ ਵਰਡ ਨਹੀਂ ਹੈਗਾ ਉੱਥੇ। ਸੇਮ ਟ੍ਰੇਨਿੰਗ, ਸੇਮ ਡਿਊਟੀਜ਼, ਸਾਰਾ ਕੰਮ ਵੀ ਸੇਮ ਹੁੰਦਾ। ਤੇ ਮੇਰੀ ਥੋੜੀ ਥਿੰਕਿੰਗ ਸ਼ੁਰੂ ਤੋਂ ਇਦਾਂ ਦੀ ਸੀਗੀ ਤੇ ਮੈਂ ਸਰ ਨੂੰ ਕਹਿਣਾ ਕਿ ਸਰ ਮੈਂ ਸੂਟ ਨਹੀਂ ਪਾ ਸਕਦੀ ਤੇ ਉਹਨਾਂ ਨੇ ਕਹਿਣਾ ਸੂਟ ਹੀ ਪਾਣਾ ਪੈਣਾ ਇੱਥੇ। ਤੇ ਫਿਰ ਮੈਂ ਇੱਕ ਤੋੜ ਨਿਕਾਲਿਆ। ਮੈਂ 3 ਸਾਲ ਸਿਰਫ ਐਨਸੀਸੀ ਦੀ ਯੂਨੀਫਾਰਮ 'ਚ ਕਾਲਜ ਆਈ ਹਾਂ ਤੇ ਉਹਨਾਂ ਨੇ ਜਦੋਂ ਵੀ ਮੈਨੂੰ ਦੇਖਣਾ ਤੇ ਉਹਨਾਂ ਨੇ ਕਹਿਣਾ ਸੂਟ ਨਹੀਂ ਪਾਏਂਗੀ ਤੇ ਮੈਂ ਉਹਨਾਂ ਨੂੰ ਕਹਿਣਾ ਕਿ ਨਹੀਂ ਸਰ ਮੈਂ ਸੂਟ ਨਹੀਂ ਪਾਉਂਗੀ। ਇਹ ਵੀ ਇੱਕ ਕੁੜੀ ਲਈ ਬਹੁਤ ਵੱਡੀ ਗੱਲ ਹੈ, ਡੇਲੀ ਇੱਕ ਹੀ ਡਰੈਸ ਦੇ ਵਿੱਚ ਰਹਿਣਾ। ਹੋਰ ਇਨਸੀਡੈਂਟ ਹੈ ਛੋਟਾ ਜਿਹਾ। ਇੱਥੇ ਪਾਰਕਿੰਗ ਹੁੰਦੀ ਸੀਗੀ ਬਾਹਰ ਤੇ ਇੱਥੇ ਮੁੰਡਿਆਂ ਦੀ ਪਾਰਕਿੰਗ ਵੱਖਰੀ ਤੇ ਕੁੜੀਆਂ ਦੀ ਪਾਰਕਿੰਗ ਵੱਖਰੀ ਹੁੰਦੀ ਸੀ ਉਸ ਟਾਈਮ 'ਚ। ਆਈ ਯੂਜ਼ਡ ਟੂ ਰਾਈਡ ਅ ਸਕੂਟਰ। ਕੁੜੀਆਂ ਉਦੋਂ ਮੋਪੇਡ, ਲੂਨਾ, ਸਕੂਟੀ ਟਾਈਪ ਚਲਾਉਂਦੀਆਂ ਸੀਗੀਆਂ ਤੇ ਜਿਹੜੇ ਪਾਰਕਿੰਗ ਵਾਲੇ ਸਾਡੇ ਗਾਰਡ ਹੁੰਦੇ ਸੀਗੇ ਉਹਨਾਂ ਨੇ ਕਹਿਣਾ ਗੁੱਡੀ ਤੂੰ ਇੱਥੇ ਨਹੀਂ ਲਗਾ ਸਕਦੀ ਸਕੂਟਰ। ਤੇ ਮੈਂ ਉਹਨਾਂ ਨੂੰ ਕਹਿਣਾ ਕਿਉਂ ਨਹੀਂ ਲਗਾ ਸਕਦੀ ਅੰਕਲ? ਤੇ ਉਹਨਾਂ ਨੇ ਕਹਿਣਾ ਇਹ ਮੁੰਡਿਆਂ ਦੀ ਪਾਰਕਿੰਗ ਆ। ਤੇ ਮੈਂ ਅੱਗੋਂ ਕਹਿੰਦੀ ਸੀਗੀ ਮੈਂ ਨਹੀਂ ਮੰਨਦੀ, ਇਹ ਸਕੂਟਰ ਦੀ ਪਾਰਕਿੰਗ ਆ, ਮੇਰਾ ਸਕੂਟਰ ਇੱਥੇ ਲੱਗੂਗਾ ਤੇ ਤੁਸੀਂ ਮੇਰੇ ਸਕੂਟਰ ਦਾ ਧਿਆਨ ਰੱਖੋਗੇ। ਸੋ ਦਿਸ ਵਾਸ ਆਈ ਹੈਵ ਬੀਨ ਅ ਰਿਬੈਲ ਵਿਦ ਦ ਕਾਜ਼, ਯੂ ਕੈਨ ਸੇ ਦੈਟ। ਖਾਲਸਾ ਕਾਲਜ ਗਵਰਨਿੰਗ ਕਾਉਂਸਲ ਨੇ ਅਸੀਂ ਟੀਵੀ ਚੈਨਲ ਜਿਹੜਾ ਸਟਾਰਟ ਕੀਤਾ ਜਿਹਦੇ ਤੇ ਤੁਹਾਡੀ ਇੰਟਰਵਿਊ ਹੋ ਰਹੀ ਹੈ।
ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨੇ ਵੀ ਸਾਡੇ ਨਾਲ ਜੁੜੇ ਐਲੂਮੀਨਾਈਜ਼ ਨੇ ਜਾਂ ਸਾਡੇ ਸਟੂਡੈਂਟਸ ਦੇ ਤੱਕ ਪਹੁੰਚਦੇ ਰਹੋ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਮੈਂ ਬਹੁਤ ਸਾਲਾਂ ਬਾਅਦ ਆਈ ਥਿੰਕ ਮੈਂ ਕੋਈ 16 ਜਾਂ 17 ਬਾਅਦ ਕਾਲਜ 'ਚ ਆਈ ਹਾਂ, ਸਾਲ ਬਾਅਦ ਕਾਲਜ 'ਚ ਆਈ ਹਾਂ। ਕਾਲਜ ਦੀ ਪ੍ਰੋਗਰੈਸ ਦੇਖ ਕੇ ਮੈਨੂੰ ਅੱਜ ਬਹੁਤ ਵਧੀਆ ਫੀਲ ਹੋ ਰਿਹਾ ਹੈ। ਨਵੀਆਂ ਬਿਲਡਿੰਗਸ, ਨਵਾਂ ਇਨਫਰਾਸਟ੍ਰਕਚਰ, ਤੇ ਇਹ ਜਿਹੜਾ ਤੁਸੀਂ ਚੈਨਲ ਸਟਾਰਟ ਕੀਤਾ ਹੈ, ਸੋਸ਼ਲ ਮੀਡੀਆ ਇੰਨਾ ਕੁ ਪਾਵਰਫੁਲ ਟੂਲ ਹੈ ਅੱਜ ਦੀ ਡੇਟ 'ਚ ਜੀ ਕਿ ਜੋ ਸਾਡਾ ਕਾਲਜ ਜਿਹਦਾ ਦੁਨੀਆ 'ਚ ਨਾਮ ਹੈ, ਮਤਲਬ ਮੈਂ ਇਹ ਕਹਿ ਸਕਦੀ ਹਾਂ ਮੈਂ ਦੇਸ਼ 'ਚ ਤੇ ਨਾਮ ਕਰਕੇ ਆਈ ਹਾਂ ਆਪਣੇ ਕਾਲਜ ਦਾ, ਜਿਹਦਾ ਦੁਨੀਆ 'ਚ ਨਾਮ ਹੈ। ਖਾਲਸਾ ਕਾਲਜ ਇਜ਼ ਅ ਬ੍ਰਾਂਡ ਜੀ, ਤੇ ਇਹਦੀ ਬ੍ਰਾਂਡਿੰਗ ਤੇ ਇਹਦੀ ਮਾਰਕੀਟਿੰਗ ਤੁਸੀਂ ਇਸ ਚੈਨਲ ਦੇ ਰਾਹੀਂ ਕਰ ਰਹੇ ਹੋ। ਇਸ ਤੋਂ ਵਧੀਆ ਹੋਰ ਕੋਈ ਚੀਜ਼ ਨਹੀਂ ਹੈ। ਦਿਸ ਇਜ਼ ਵਾਟ ਵੀ ਕਾਲ ਪ੍ਰੋਗਰੈਸ ਇਜ਼। ਜੀ, ਤੇ ਮੈਂ ਵਾਪਸ ਆ ਕੇ ਦੇਖ ਰਹੀ ਹਾਂ ਕਿ ਜਿਹੜੇ ਪ੍ਰਿੰਸੀਪਲ ਸਾਹਿਬ ਨੇ ਹੁਣ ਉਹਨਾਂ ਦੇ ਹੱਥੀਂ ਇੰਨਾ ਕੁ ਪ੍ਰੋਗਰੈਸ ਹੋ ਚੁੱਕੀ ਹੋਈ ਹੈ ਕਾਲਜ ਦੀ, ਮਤਲਬ ਇਟਸ ਰੀਅਲੀ ਅਮੇਜ਼ਿੰਗ। ਸਫ਼ਰ ਲੜਕੀ ਲਈ ਹਮੇਸ਼ਾ ਹੀ ਜਦੋਂ ਅਸੀਂ ਚੱਲਦੇ ਹਾਂ ਮੁਸ਼ਕਲਾਂ ਵਾਲਾ ਹੀ ਹੁੰਦਾ ਹੈ, ਭਾਵੇਂ ਮਤਲਬ ਅਸੀਂ ਕਿਸੇ ਵੀ ਫੈਮਿਲੀ ਨੂੰ ਕਰਦੇ ਹੋਈਏ ਬਿਲੋਂਗ ਜਾਂ ਕਿੱਦਾਂ। ਤੁਹਾਡੇ ਵੀ ਬਹੁਤ ਮੁਸ਼ਕਲਾਂ ਆਈਆਂ ਹੋਣਗੀਆਂ ਸ਼ੁਰੂ ਤੋਂ, ਆਰਮੀ ਤੋਂ ਲੈ ਕੇ ਹੁਣ ਤੱਕ ਪਹੁੰਚਦੇ ਕੋਈ ਖਾਸ ਇੱਦਾਂ ਦਾ ਕੋਈ ਐਕਸਪੀਰੀਅੰਸ ਜਿਹੜਾ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੋਗੇ? ਹਾਂਜੀ, ਮੁਸ਼ਕਿਲਾਂ ਤੇ ਕਾਫੀ ਆਈਆਂ ਸੀਗੀਆਂ। ਪਹਿਲੀ ਤੇ ਸੁਸਾਇਟੀ ਦੇ ਅਗੇਂਸਟ, ਜਿਹਨੂੰ ਬੋਲ ਕੇ ਜਦੋਂ ਮੈਂ ਕਿਹਾ ਕਿ ਮੈਂ ਫੌਜ ਜੁਆਇਨ ਕਰਨੀ ਆ, ਤੇ ਮੇਰੇ ਘਰਦਿਆਂ ਨੂੰ ਇਹ ਹੋ ਗਿਆ ਸੀ ਕਿ ਇਹ ਕਿੱਦਾਂ ਦਾ ਫੀਲਡ ਹੈ, ਕਿਉਂ ਜੁਆਇਨ ਕਰਨੀ ਹੈ ਤੂੰ ਫੌਜ, ਕਿਉਂਕਿ ਪੀਪਲ ਵਰ ਨਾਟ ਅਵੇਅਰ ਅਬਾਊਟ ਦਿਸ ਫੀਲਡ। ਔਰ ਰੇਸ਼ੋ ਕੀ ਹੁੰਦਾ ਸੀ, ਅਗਰ 900 ਆਫਿਸਰਸ ਪਾਸ ਆਊਟ ਹੋਏ ਸਾਡੇ ਨਾਲ ਤੇ ਅਸੀਂ 60 ਲੇਡੀ ਆਫਿਸਰਸ ਪਾਸ ਆਊਟ ਹੋਏ, ਨਾਟ ਇਵਨ 10%। ਜੀ, ਤੇ ਬੜਾ ਔਖਾ ਸੀਗਾ ਉਸ ਟਾਈਮ ਤੇ। ਮੇਰੇ ਪੇਰੈਂਟਸ ਨੂੰ ਵੀ ਇਨਹੀਬਿਸ਼ਨ ਸੀ ਕਿ ਕਿੱਦਾਂ ਦੀ ਜਗ੍ਹਾ ਤੇ ਰਹੇਗੀ। ਜੰਗਲਾਂ 'ਚ ਅਸੀਂ ਪੋਸਟਡ ਸੀਗੇ, ਜੰਗਲਾਂ 'ਚ ਸਾਡੀ ਟ੍ਰੇਨਿੰਗ ਹੋਈ ਹੈ ਕਿ ਇੱਥੇ ਕੁੜੀਆਂ ਨੂੰ ਬੜਾ ਪ੍ਰੋਟੈਕਟਿਵ ਐਨਵਾਇਰਨਮੈਂਟ ਦਿੱਤਾ ਜਾਂਦਾ। ਹਰ ਪੇਰੈਂਟ ਜਿਹੜਾ ਹੈ ਉਹ ਆਪਣੇ ਬੱਚਿਆਂ ਨੂੰ, ਕੁੜੀਆਂ ਨੂੰ ਬੜੇ ਪ੍ਰੋਟੈਕਟਿਵ ਐਨਵਾਇਰਨਮੈਂਟ 'ਚ ਰੱਖਦੇ ਨੇ ਕਿ ਇੰਨੇ ਵਜੇ ਘਰ ਆ ਜਾਣਾ ਵਾਪਸ, ਤੇ ਇੱਦਾਂ ਦੀਆਂ ਚੀਜ਼ਾਂ। ਤੇ ਇਹ ਬਹੁਤ ਹੀ ਡਿਫਰੈਂਟ ਇੱਕ ਫੀਲਡ ਸੀਗਾ ਜਿਹੜਾ ਕਿ ਮੈਨੂੰ ਸਾਰਿਆਂ ਤੋਂ ਪਹਿਲਾਂ ਤੇ ਆਪਣੀ ਫੈਮਿਲੀ ਨੂੰ ਮਨਾਉਣ 'ਚ ਬੜੀ ਮੁਸ਼ਕਿਲ ਆਈ। ਫਿਰ ਉਸ ਟਾਈਮ ਤੇ ਕੁਝ ਅਸੀਂ ਫਾਈਨੈਂਸ਼ੀਅਲ ਕਰੰਚਸ ਤੋਂ ਵੀ ਨਿਕਲ ਰਹੇ ਸੀਗੇ, ਕੁਝ ਕ੍ਰਾਈਸਿਸ ਚੱਲ ਰਿਹਾ ਸੀ ਸਾਡੀ ਫੈਮਿਲੀ 'ਚ, ਤੇ ਮੇਰੇ ਕਾਲਜ ਨੇ ਵੀ ਮੇਰੀ ਬੜੀ ਹੈਲਪ ਕੀਤੀ ਆ। ਇੱਥੇ ਜਿਹੜੇ ਮੇਰੇ ਪ੍ਰੋਫੈਸਰ ਹੁੰਦੇ ਸੀਗੇ, ਮੈਂ ਬਿਕੋਜ਼ ਆਫ NCC ਕਲਾਸਿਸ ਅਟੈਂਡ ਨਹੀਂ ਸੀ ਕਰ ਪਾਉਂਦੀ, ਤੇ ਉਹ ਮੈਨੂੰ ਕਦੀ ਵੀ ਮੈਂ ਚਲੇ ਜਾਵਾਂ ਗਾਈਡੈਂਸ ਦਿੰਦੇ ਸੀ। ਮਤਲਬ ਦੇ ਨੈਵਰ ਚਾਰਜਡ ਮਨੀ ਆਲਸੋ ਫਰੋਮ ਮੀ। ਉਹ ਮੈਨੂੰ ਐਕਸਟਰਾ ਕਲਾਸਿਸ ਵੀ ਦਿੰਦੇ ਸੀਗੇ, ਪੜ੍ਹਾਉਂਦੇ ਸੀਗੇ, ਮੈਨੂੰ ਡਾਊਟ ਹੁੰਦਾ ਸੀ ਸਮਝਾਉਂਦੇ ਸੀਗੇ। ਮੈਂ ਆਪ ਵੀ ਟਿਊਸ਼ਨਸ ਪੜ੍ਹਾਉਂਦੀ ਸੀਗੀ ਬੱਚਿਆਂ ਨੂੰ, ਤੇ ਉੱਥੋਂ ਜਿਹੜੇ ਮੈਨੂੰ ਪੈਸੇ ਮਿਲਦੇ ਸੀ ਉਹ ਮੈਂ ਇੱਥੇ ਫੀਸ ਪੇ ਕਰਦੀ ਸੀਗੀ। ਪਰ ਇੱਥੇ ਮੈਨੂੰ ਯਾਦ ਹੈ 1-2 ਵਾਰ ਮੈਂ ਥੋੜਾ ਲੇਟ ਹੋ ਗਈ, ਲੇਕਿਨ ਮੈਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ ਗਿਆ। ਮਤਲਬ ਇੱਥੇ ਸਾਰੇ ਮੇਰੀ ਪ੍ਰੋਬਲਮ ਨੂੰ ਅੰਡਰਸਟੈਂਡ ਕਰਦੇ ਸੀਗੇ ਉਸ ਟਾਈਮ ਤੇ ਵੀ। ਤੇ ਮੈਨੂੰ ਲੱਗਦਾ ਹੈਗਾ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਅਫਕੋਰਸ ਇਹ ਇੱਕ ਕੁੜੀਆਂ ਵਾਸਤੇ ਯੈਸ ਮੁਸ਼ਕਿਲ ਹੋਣਗੀਆਂ, ਬਟ ਕਈ ਮੁੰਡੇ ਵੀ ਮੈਂ ਇੱਦਾਂ ਦੇ ਦੇਖੇ ਨੇ, ਫੈਮਿਲੀ ਬੈਕਗਰਾਊਂਡ, ਸਰਕਮਸਟੈਂਸਸ ਤੁਹਾਡੀ ਲਾਈਫ ਦੇ, ਜਿਹੜੀਆਂ ਕਿ ਚੀਜ਼ਾਂ ਨੂੰ ਮੁਸ਼ਕਿਲ ਕਰ ਦਿੰਦੇ ਆ। ਲੇਕਿਨ ਅਗਰ ਤੁਹਾਡੇ 'ਚ ਹੋਵੇ, ਆਰਮੀ ਦਾ ਇੱਕ ਸਲੋਗਨ ਹੈ SSB ਜਦੋਂ ਅਸੀਂ ਦਿੰਦੇ ਹਾਂ, ਡੂ ਯੂ ਹੈਵ ਇਟ ਇਨ ਯੂ, ਬਟ ਇਫ ਯੂ ਹੈਵ ਇਟ ਇਨ ਯੂ, ਯੂ ਆਰ ਗੋਨਾ ਮੇਕ ਇਟ, ਨਥਿੰਗ ਕੈਨ ਸਟਾਪ ਯੂ। ਕਹਿੰਦੇ ਜਿੱਥੇ ਚਾਹ ਹੈਗੀ ਉੱਥੇ ਰਾਹ ਹੈਗੀ, ਤੇ ਕੁਛ ਨਾ ਕੁਛ ਕਰਕੇ ਇਨਸਾਨ ਜਿਹੜਾ ਉਹ ਲੱਭ ਲੈਂਦਾ ਆਪਣੀ ਰਾਹ। ਜੀ ਬਿਲਕੁਲ। ਤੇ ਜਾਂਦੇ ਜਾਂਦੇ ਮੈਮ ਅਸੀਂ ਚਾਹਾਂਗੇ ਕਿ ਖਾਲਸਾ ਕਾਲਜ ਦੇ ਸਟੂਡੈਂਟਸ, ਸਪੈਸ਼ਲੀ ਗਰਲਸ ਨੂੰ ਤੁਸੀਂ ਜ਼ਰੂਰ ਕੋਈ ਮੈਸੇਜ ਜ਼ਰੂਰ ਦਿਓ। ਮੈਂ ਦੇਖਿਆ ਕੁੜੀਆਂ ਲਈ ਤੇ ਮੇਰਾ ਇਹ ਮੈਸੇਜ ਹੈ ਕਿ ਮੋਰਓਵਰ ਪੇਰੈਂਟਸ ਲਈ ਵੀ ਇਹ ਮੈਸੇਜ ਹੈ ਤੇ ਕੁੜੀਆਂ ਲਈ ਵੀ ਇਹ ਮੈਸੇਜ ਹੈ ਕਿ ਜੇ ਤੁਹਾਨੂੰ ਮੌਕਾ ਮਿਲਿਆ ਹੈਗਾ, ਪੇਰੈਂਟਸ ਪਹਿਲਾਂ ਕੁੜੀਆਂ ਨੂੰ ਮੌਕਾ ਦੇਣ, ਤੇ ਕੁੜੀਆਂ ਨੂੰ ਜੇ ਮੌਕਾ ਮਿਲਿਆ ਹੈ, ਜੇ ਫਰੀडम ਮਿਲੀ ਆ, ਤੇ ਉਹ ਫਰੀडम ਦਾ ਜਿਹੜਾ ਹੈ ਨਾ, ਸਾਨੂੰ ਬਿਲਕੁਲ ਜਾਇਜ਼ ਫਾਇਦਾ ਚੱਕਣਾ ਚਾਹੀਦਾ, ਰਾਈਟ। ਤੁਸੀਂ ਸੁਸਾਇਟੀ ਦੇ ਵਿਕਟਿਮ ਨਾ ਬਣੋ। ਜੋ ਤੁਹਾਡੇ ਡ੍ਰੀਮਸ ਨੇ ਉਹਨਾਂ ਨੂੰ ਫੁੱਲਫਿਲ ਕਰੋ, ਲੇਕਿਨ ਸੁਸਾਇਟੀ ਦੇ ਨੋਰਮਸ ਦੇ ਵਿੱਚ ਰਹਿ ਕੇ। ਬਿਲਕੁਲ, ਉਹ ਜਿਹੜਾ ਦਾਇਰਾ ਹੈ ਉਹ ਸਾਨੂੰ ਭੁੱਲਣਾ ਨਹੀਂ ਚਾਹੀਦਾ। ਸਾਨੂੰ ਆਪਣਾ ਕਲਚਰ ਨਹੀਂ ਭੁੱਲਣਾ ਚਾਹੀਦਾ, ਕਿਉਂਕਿ ਇੱਕ ਜਿਹੜੀ ਲੇਡੀ ਹੈ ਉਹਦੇ ਬੜੇ ਰੂਪ ਨੇ। ਜੇ ਉਹ ਬਾਰਡਰ ਤੇ ਖੜੀ ਹੋ ਕੇ ਤੇ ਡਿਊਟੀ ਦੇ ਰਹੀ ਹੈ, ਮੈਂ ਇੱਥੇ BSF ਦੀਆਂ ਲੇਡੀਜ਼ ਦੇਖੀਆਂ ਕਈ, ਤੇ ਉਹ ਘਰ ਵਿੱਚ ਸ਼ੀ ਇਜ਼ ਅ ਨਰਚਰਿੰਗ, ਸ਼ੀ ਹੈਜ਼ ਟੂ ਪਰਫਾਰਮ ਅ ਨਰਚਰਿੰਗ ਪਾਰਟ, ਰਾਈਟ, ਬੱਚਿਆਂ ਲਈ, ਪੇਰੈਂਟਸ ਲਈ, ਆਪਣੇ ਲਾਈਫ ਪਾਰਟਨਰ ਲਈ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬੈਲੈਂਸ ਕਰਨੀਆਂ ਬਹੁਤ ਜ਼ਰੂਰੀ ਨੇ ਲਾਈਫ ਵਿੱਚ, ਤੇ ਇਹ ਬੈਲੈਂਸ ਕਰਨ। ਐਂਡ ਖਾਲਸਾ ਕਾਲਜ ਵਾਸਤੇ ਮੈਂ ਇੱਕ ਚੀਜ਼ ਬੋਲਣਾ ਚਾਹੂੰਗੀ ਕਿ ਇਹ ਜਿਹੜੀ ਜਗ੍ਹਾ ਹੈ ਨਾ, ਇਹਦੇ 'ਚ ਕੁਝ ਹੈ, ਇਹ ਬਹੁਤ ਪਵਿੱਤਰ ਜਗ੍ਹਾ ਹੈ। ਮੇਰੇ ਲਈ ਇਹ ਗੁਰਦੁਆਰਾ ਹੈ। ਮੇਰੇ ਜਿਹੜੇ ਗੁਰੂ ਨੇ, ਅੱਜ ਉਹਨਾਂ ਦੀ
ਜਿਹੜੀ ਚਰਨ ਰਾਜਾ ਨਾ ਉਹ ਮੈਂ ਆਪਣੇ ਮੱਥੇ ਤੇ ਲਗਾ ਕੇ ਬਸ ਧੰਨਵਾਦ ਕਹਿਣਾ ਚਾਹੂੰਗੀ। ਥੈਂਕ ਯੂ ਸੋ ਮਚ। ਬਹੁਤ ਵਧੀਆ ਮੈਮ, ਉਮੀਦ ਕਰਾਂਗੇ ਸਾਡੀਆਂ ਗਰਲਸ ਸਾਡੇ ਸਟੂਡੈਂਟਸ ਤੁਹਾਡੇ ਤੋਂ ਬਹੁਤ ਕੁਝ ਸਿੱਖਣਗੇ ਤੇ ਤੁਸੀਂ ਇਦਾਂ ਹੀ ਬੁਲੰਦੀਆਂ ਹਾਸਲ ਕਰਦੇ ਰਹੋ। ਬਹੁਤ ਬਹੁਤ ਥੈਂਕ ਯੂ ਮੈਮ। ਤੁਸੀਂ ਵੀ ਵੇਖਦੇ ਰਹੋ ਜੀ KCGC TV ਚੈਨਲ ਤੇ, ਅਸੀਂ ਵੀ ਮਿਲਾਉਂਦੇ ਰਵਾਂਗੇ ਸਾਡੇ ਇਦਾਂ ਦੇ ਹੀ ਖਾਸ ਸਟੂਡੈਂਟਸ ਨੂੰ ਤੇ ਹੋਰ ਵੀ ਬਹੁਤ ਸਾਰੀਆਂ ਨਿਊਜ਼ ਲੈ ਕੇ ਆਉਂਦੇ ਰਵਾਂਗੇ। ਧੰਨਵਾਦ ਜੀ। ਸੋ ਦੋਸਤੋ, ਜਦੋਂ ਵੀ ਅਸੀਂ ਖਾਲਸਾ ਕਾਲਜ ਦੇ ਐਲੂਮੀਨਾਈਜ਼ ਦੇ ਨਾਲ ਇੰਟਰਵਿਊ ਕਰਦੇ ਹਾਂ ਤਾਂ ਅਸੀਂ ਇੱਥੋਂ ਦੇ ਪ੍ਰਿੰਸੀਪਲ ਡਾਕਟਰ ਸਰਦਾਰ ਮਹਿਲ ਸਿੰਘ ਜੀ ਨੂੰ ਜ਼ਰੂਰ ਮਿਲਦੇ ਹਾਂ, ਕਿਉਂਕਿ ਕਿਸੇ ਵੀ ਟਾਈਮ ਤੇ ਕੋਈ ਵੀ ਪ੍ਰਿੰਸੀਪਲ ਹੋਵੇ, ਸਟੂਡੈਂਟਸ ਜਦੋਂ ਨਿਕਲ ਕੇ ਜਾਂਦੇ ਨੇ ਉਸ ਈਰਾ ਦੇ ਵਿੱਚੋਂ ਤਾਂ ਉਹਨਾਂ ਦਾ ਪ੍ਰਿੰਸੀਪਲ ਸਾਹਿਬ ਦਾ ਬਹੁਤ ਜਿਹੜਾ ਯੋਗਦਾਨ ਹੁੰਦਾ ਹੈ। ਤੇ ਜਿਹੜਾ ਹੁਣ ਏਰੀਆ ਚੱਲ ਰਿਹਾ ਹੈ, ਹੁਣ ਈਰਾ ਚੱਲ ਰਿਹਾ ਹੈ ਖਾਲਸਾ ਕਾਲਜ ਦਾ, ਉਹਦੇ ਵਿੱਚ ਜਿੰਨੀ ਪ੍ਰੋਗਰੈਸ ਡਾਕਟਰ ਸਰਦਾਰ ਮਹਿਲ ਸਿੰਘ ਜੀ ਨੇ ਕਰਵਾਈ ਹੈ, ਸ਼ਾਇਦ ਮੈਂ ਸੋਚਦੀ ਹਾਂ ਕਿ ਇਸ ਲੈਵਲ ਤੱਕ ਜਾਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਤੇ ਕਿਉਂਕਿ ਸਰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੇ KCGC TV ਤੇ ਸਾਡੇ ਕੋਲ ਸਾਡੇ ਐਲੂਮੀਨਾਈ ਆਏ ਹੋਏ ਨੇ ਮੈਮ ਕੈਪਟਨ ਜਸਮੀਤ ਚੌਹਾਨ ਜੀ, ਤੇ ਇਹ ਮਿਸਿਸ ਇੰਡੀਆ ਵੀ ਨੇ, ਆਰਮੀ ਆਫੀਸਰ ਵੀ ਰਹਿ ਚੁੱਕੇ ਨੇ। ਸਰ, ਲੜਕੀਆਂ ਦੇ ਲਈ ਇਹ ਜਿਹੜਾ ਫੀਲਡ ਹੁੰਦਾ ਹੈ ਕਾਫੀ ਜ਼ਿਆਦਾ ਔਖਾ ਹੁੰਦਾ ਹੈ, ਸੋ ਸਭ ਤੋਂ ਪਹਿਲਾਂ ਤੇ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਹਦੇ ਬਾਰੇ ਜ਼ਰੂਰ ਕੁਝ ਦੱਸੋ। ਇਹ ਥੋੜੀ ਜਿਹੀ ਸਾਡੀ ਜਿਵੇਂ ਟ੍ਰੈਡੀਸ਼ਨਲੀ ਥਿੰਕਿੰਗ ਸੀ ਵੀ ਕਈ ਵਾਰੀ ਲੜਕੀਆਂ ਦੀ ਆਹ ਫੀਲਡ ਔਖਾ ਜੀ, ਪਰ ਮੈਂ ਪਿਛਲੇ 10 ਸਾਲ ਤੋਂ ਖਾਸ ਕਰਕੇ ਦੇਖਿਆ ਖਾਲਸਾ ਕਾਲਜ 'ਚ 1963 ਤੱਕ ਕੋਈ ਲੜਕੀ ਨਹੀਂ ਸੀ। ਹੁਣ ਖਾਲਸਾ ਕਾਲਜ 'ਚ 51% ਲੜਕੀਆਂ, ਲੜਕੇ 49। ਔਰ ਸਾਡੇ ਐਗਰੀਕਲਚਰ ਡਿਪਾਰਟਮੈਂਟ ਕਦੀ ਕੇਵਲ ਮੁੰਡਿਆਂ ਦਾ ਡਿਪਾਰਟਮੈਂਟ ਸੀ, ਹੁਣ 50% ਉੱਥੇ ਕੁੜੀਆਂ। ਤੁਸੀਂ ਦੇਖੋ ਉਹ ਕਈਆਂ ਫੜ ਕੇ ਉਵੇਂ ਹੀ ਲੱਗੀਆਂ ਹੁੰਦੀਆਂ ਮੁੰਡਿਆਂ ਦੇ ਵਾਂਗ ਉਸ ਤਰ੍ਹਾਂ। ਇਹ ਮਿੱਥ ਟੁੱਟ ਰਹੀ ਜੀ, ਈਵਨ ਟੁੱਟ ਰਹੀ ਨਹੀਂ, ਟੁੱਟ ਗਈ। ਔਰ ਮੈਨੂੰ ਇਹ ਕਹਿਣ 'ਚ ਕੋਈ ਝਿਜਕ ਨਹੀਂ ਵੀ ਲੜਕੀਆਂ ਬੈਟਰ ਪਰਫਾਰਮ ਕਰਦੀਆਂ ਜੀ, ਖਾਸ ਕਰਕੇ ਐਜੂਕੇਸ਼ਨ। ਮੈਂ ਉੱਤੇ ਨਾ ਰਾਊਂਡ ਲਾ ਕੇ ਆਇਆ ਹੁਣੇ ਹੀ ਤੇ ਦੇਖਿਆ ਉਹ ਜਿਹੜੀਆਂ ਸਾਡੇ ਮੈਡੀਕਲ ਨਾਨ ਮੈਡੀਕਲ ਦੀਆਂ ਕਲਾਸਾਂ ਨੇ, ਮੁੰਡੇ ਕਿਸੇ 'ਚ 5 ਬੈਠੇ, ਕਿਸੇ 'ਚ 4 ਬੈਠੇ, ਬਾਕੀ ਸਾਰੀ ਕਲਾਸ ਕੁੜੀਆਂ ਦੀ ਭਰੀ। ਔਰ ਮਾਸਟਰ ਦੇ ਵਿੱਚ ਭਾਵੇਂ ਤੁਸੀਂ ਯੂਨੀਵਰਸਿਟੀ ਚਲ ਜਾਓ, ਭਾਵੇਂ ਕੋਈ ਅਦਾਰਾ ਦੇਖ ਲਓ, 80 ਤੋਂ 90% ਲੜਕੀ। ਔਰ ਤੁਸੀਂ ਸਭ ਤੋਂ ਪਹਿਲਾਂ ਆਪਾਂ ਇਸ ਅੱਜ ਦੇ ਯੁੱਗ ਦੀ ਗੱਲ ਕਰੀਏ, ਤੁਸੀਂ ਮੈਟਰੋਮੋਨੀਅਲ ਪੜ੍ਹੋ। ਮੈਟਰੋਮੋਨੀਅਲ 'ਚ ਆਉਂਦਾ ਵੀ ਸਾਨੂੰ ਆਈਲੈਟਸ 8 ਬੈਂਡ ਲੜਕੀ ਦੀ ਲੋੜ ਆ, ਉਹ ਸਾਡੇ ਮੁੰਡੇ ਨੂੰ ਬਾਹਰ ਲੈ ਗਏ ਜੀ, ਕੁਆਲੀਫਿਕੇਸ਼ਨ। ਇਹਦਾ ਮਤਲਬ ਮੁੰਡੇ ਤੋਂ ਬੈਂਡ ਨਹੀਂ ਲੈ ਜਾ ਰਹੇ ਜੀ, ਲੜਕੀ ਲੈ ਰਹੀ ਆ। ਔਰ ਸਾਡੀ ਜਿਹੜੀ ਡੋਰੀ ਸੀ ਉਹਦੀ ਡੈਫੀਨੇਸ਼ਨ ਹੀ ਬਦਲ ਗਈ, ਔਰ ਲੜਕੀਆਂ ਦੀ ਵਰਥ ਨੇ ਬਦਲ ਦਿੱਤੀ। ਲੜਕੀਆਂ ਦੀ ਇਹ ਆਪਣੀ ਇਹ ਬਹੁਤ ਚੇਂਜ ਆ। ਅੱਜ ਅਸੀਂ ਮਤਲਬ ਇਹ ਵੀ ਨੋਟ ਕਰਦੇ ਵੀ ਲੜਕਿਆਂ ਦੇ ਨਾਲੋਂ ਲੜਕੀਆਂ ਜ਼ਿਆਦਾ ਸਿੰਸੀਅਰ ਵੀ ਨੇ, ਹਾਰਡ ਵਰਕਰ ਵੀ ਨੇ। ਮੇਬੀ ਉਹਦੇ ਕੋਈ ਵੱਖਰੇ ਵੀ ਕਾਰਨ ਹੋ ਸਕਦੇ ਆ ਵੀ ਲੜਕੇ ਘਰਾਂ 'ਚ ਵੀ ਬੈਠੇ ਬਾਹਰ ਘੁੰਮੀ ਜਾਂਦੇ ਆ, ਉਹਨਾਂ ਤੇ ਕੋਈ ਰੋਕ ਟੋਕ ਨਹੀਂ। ਲੜਕੀ ਜੋ ਘਰ ਚੱਲ ਜਾਂਦੀ, ਘਰ ਹੀ ਉਹ ਆਪਦੇ ਕੰਮ ਨੂੰ ਸਮਰਪਿਤ ਰਹਿੰਦੀ ਆ, ਜਾਂ ਉਹਦੇ 'ਚ ਆਪਦੀ ਅਜੇ ਡੈਡੀਕੇਸ਼ਨ ਜ਼ਿਆਦਾ ਮਤਲਬ ਲੜਕੇ ਦੇ ਮੁਕਾਬਲੇ। ਤੇ ਇਸ ਕਰਕੇ ਇਹ ਕੋਈ ਮਤਲਬ ਹੁਣ ਕੋਈ ਮੀਟਰ ਨਹੀਂ ਰਿਹਾ ਵੀ ਲੜਕੀਆਂ ਪਿੱਛੇ ਨਹੀਂ, ਲੜਕੀਆਂ ਸਗੋਂ ਅੱਗੇ ਨੇ। ਆਰਮੀ 'ਚ ਲੜਕੀਆਂ ਜਾ ਰਹੀਆਂ। ਜਸਮੀਤ ਸਾਡੀ ਅਲੂਮਨੀ ਆ, ਇਹਨੇ ਕਿਵੇਂ ਇੱਥੇ ਪਰਫਾਰਮ ਕਰਦੀ ਰਹੀ ਔਰ ਕਿੰਨੇ ਉਹ ਰਾਊਂਡ ਦੇ ਵਿੱਚੋਂ ਮੁੜ ਕੇ ਫਿਰ ਆਰਮੀ ਦੇ ਵਿੱਚ ਵੀ ਜਾਣਾ ਜੀ। ਇਹ ਨਵਾਂ ਫੀਲਡ ਆ ਲੜਕੀਆਂ ਲਈ। ਈਵਨ ਪਾਇਲਟ ਬਣ ਰਹੀਆਂ ਨੇ, ਈਵਨ ਡਿਫੈਂਸ ਸਰਵਿਸਿਜ਼ ਦੇ ਵਿੱਚ ਲੜਕੀਆਂ ਆ ਰਹੀਆਂ। ਨਵਾਂ ਫੀਲਡ ਆ ਔਰ ਚੰਗੀ ਗੱਲ, ਰਾਹ ਖੁੱਲ੍ਹਣ। ਇਹੋ ਜਿਹਾ ਜੇ ਨਾ ਮੇਰਾ ਜਿਵੇਂ ਵੈਸਟ ਆ, ਤੁਸੀਂ ਹਿਊਮਨ ਬੀਇੰਗ, ਬੱਚੇ ਨੂੰ ਇੱਕ ਹਿਊਮਨ ਬੀਇੰਗ ਦੇਖੋ, ਨਾਟ ਏ ਮੇਲ ਔਰ ਫੀਮੇਲ। ਕਈ ਵਾਰੀ ਸਾਡੇ ਨਾ ਸਟਾਫ ਵੀ ਡਿਊਟੀਆਂ ਤੇ ਕਹੂਗਾ ਜੀ ਉਹ ਇਹ ਨਾ ਮੇਲ, ਨੋ ਮੇਲ ਨੋ ਫੀਮੇਲ। ਤੁਸੀਂ ਟੀਚਰ ਹੋ, ਜੋ ਟੀਚਰ ਹੋ ਤਾਂ ਫਿਰ ਟੀਚਰ ਹੋ। ਇਹ ਫਿਰ ਤੁਹਾਡੀ ਇਹ ਗੱਲ ਛੱਡੋ ਤੁਸੀਂ ਤੇ ਆਪਦੀ ਆ। ਇਹ ਕੁਝ ਸਾਡੀ ਥੋੜੀ ਬਹੁਤੀ ਜਿਹੜੀ ਸੋਚ ਸੀ ਨਾ, ਉਹ ਲੜਕੀਆਂ ਵਾਲੀ ਸਾਈਡ ਜਾਂ ਸਾਡੇ ਪੇਰੈਂਟਸ ਮਾਵਾਂ ਵਾਲੀ ਸਾਈਡ ਤੋਂ ਸੀ। ਥੋੜਾ ਲੜਕੀ ਨੂੰ ਇਸ ਤਰ੍ਹਾਂ ਪ੍ਰੋਟੈਕਟਿਵ ਰੱਖਣਾ ਸਾਰਾ ਕੁਝ। ਪਰ ਇਹ ਸੱਚ ਇਸ ਯੁੱਗ ਦਾ ਇਹ ਆ ਵੀ ਲੜਕੀਆਂ ਬੈਟਰ ਪਰਫਾਰਮ ਕਰ ਰਹੀਆਂ, ਹਰ ਫੀਲਡ 'ਚ ਕਰ ਰਹੀਆਂ, ਔਰ ਡਿਸਿਪਲਿਨਡ ਵੀ ਨੇ। ਕਿਤੇ ਮੈਂ ਤੇ ਇੱਥੋਂ ਤੱਕ ਵੀ ਦੇਖਿਆ ਵੀ ਲੜਕੀਆਂ ਦੀਆਂ ਹਾਜ਼ਰੀਆਂ ਦੇਖੋ ਤੇ ਲੜਕੀਆਂ ਦੀਆਂ ਦੇਖੋ, ਬਿਲਕੁਲ ਬਹੁਤ ਫਰਕ।
ਤੇ ਇਸ ਕਰਕੇ ਜਿਹੜਾ ਉਹ ਆਪਦੇ ਫੀਲਡ ਜਿੰਨਾ ਡੈਡੀਕੇਟ ਹੋਊਗਾ, ਜਿੰਨਾ ਡੈਡੀਕੇਸ਼ਨ ਨਾਲ ਵਰਕ ਕਰੂਗਾ, ਜਿੰਨਾ ਰੈਗੂਲਰਲੀ ਡਿਸਪਲਿਨਰੀ ਉਹ ਕੰਮ ਕਰੂਗਾ, ਉਹਨਾਂ ਅੱਗੇ ਜਾਊਗਾ। ਤੇ ਜੀ ਬਿਲਕੁਲ, ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਸਰ ਹਮੇਸ਼ਾ ਹੀ ਬਹੁਤ ਹੀ ਇੱਕ ਉੱਚੇ ਲੈਵਲ ਤੇ ਜਾ ਕੇ ਸੋਚਦੇ ਨੇ, ਤੇ ਉਮੀਦ ਕਰਾਂਗੇ ਕਿ ਵੀ ਸਰ ਜਿਸ ਤਰੀਕੇ ਨਾਲ ਕੰਮ ਕਰ ਰਹੇ ਨੇ ਤੇ ਸਾਡੀਆਂ ਜਿਹੜੀਆਂ ਬੱਚੀਆਂ ਮੈਮ ਜਸਮੀਤ ਵਾਂਗੂ ਹੋਰ ਅੱਗੇ ਨਿਕਲਦੀਆਂ ਰਹਿਣਗੀਆਂ, ਨਾ ਕੇਵਲ ਆਰਮੀ ਫੀਲਡ ਦੇ ਵਿੱਚ ਜਾਂ ਡਿਫੈਂਸ ਫੀਲਡ ਦੇ ਵਿੱਚ, ਸਾਰੇ ਫੀਲਡਸ ਦੇ ਵਿੱਚ ਇਦਾਂ ਹੀ ਆਪਣਾ ਨਾਮ ਰੌਸ਼ਨ ਕਰਦੀਆਂ ਰਹਿਣਗੀਆਂ ਜਿਵੇਂ ਕੈਪਟਨ ਜਸਮੀਤ ਚੌਹਾਨ ਨੇ ਕੀਤਾ ਹੈ। ਥੈਂਕ ਯੂ ਜੀ।